बेशक वो फड़िया भी गया, फड़न तो बाद उन्होंने पुलिस के हवाले करने की थां उन्होंने गुरु पंथ के हवाले करना चाहिए ही, जिहड़ा पंथक रवायतां अनुसार उसकी तफ्तीश करदा ते उसकी तफ्तीश करन तो बाद उसदे दोष मुताबक उन्होंने पंथक सिद्धांतां अनुसार ही उन्होंने सज़ा दिंदा। ਉਹਦਾ ਸਿੱਧਾ ਸੰਬੰਧ ਹੈਗਾ ਡੇਰਾ ਸਿਰਸਾ ਨਾਲ। ਉਹਦਾ ਜਿਹੜਾ ਪਿਓ ਆ ਉਹ ਡੇਰਾ ਸਿਰਸਾ ਦੀ ਜਿਹੜੀ ਅਹਿਮ ਉਹਨਾਂ ਦੀ ਕਮੇਟੀ ਆ ਉਹਦਾ ਮੈਂਬਰ ਆ। ਉਹਦਾ ਇਹਦਾ ਜਿਹੜੀ ਸ਼ਾਦੀ ਆ ਉਹ ਵੀ ਡੇਰੇ ਵਿੱਚ ਹੋਈ। ਕਿ ਜਿਹੜਾ ਬੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਤੰਬਾਕੂ ਸੁੱਟਦਾ, ਬੀੜੀ ਸੁੱਟਦਾ ਵਾ, ਜੇ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਕਿ ਉਹਦਾ ਸਿਰ ਧੜਨੋਂ ਵੱਖਰਾ ਕਰ ਦਿਓ ਤੇ ਫੇਰ ਬੇਅਦਬੀ ਰੁਕ ਸਕਦੀ ਆ। ਜੇ ਆਪਾਂ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਵਚਨਾਂ ਤੇ ਪਹਿਰਾ ਦਿੱਤਾ ਹੁੰਦਾ ਤੇ ਅੱਜ ਇੱਥੋਂ ਤੱਕ ਗੱਲਾਂ ਨਹੀਂ ਸੀ ਪਹੁੰਚਣੀਆਂ। ਨਿਆਂਪਾਲਿਕਾ ਤੋਂ ਨਹੀਂ ਮਿਲਣਾ, ਕਿਉਂਕਿ ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਹਿੰਦੁਸਤਾਨ ਨੂੰ ਸਮਰਪਿਤ ਨੇ ਤੇ ਹਿੰਦੁਸਤਾਨ ਜਿਹੜਾ ਉਹ ਸਿੱਖ ਕੌਮ ਨੂੰ ਆਪਣਾ ਦੁਸ਼ਮਣ ਕਰਾਰ ਦੇ ਚੁੱਕਾ ਵਾ। ਉਦੋਂ ਸਿੱਖਾਂ ਦੇ ਲਾਠੀਆਂ ਚਲਾਉਣ ਵਾਲੀ ਇਹਨਾਂ ਦੀ ਟਾਸਕ ਫੋਰਸ ਆ ਜਾਂਦੀ ਆ, ਨਿਹੰਗਾਂ ਸਿੰਘਾਂ ਦੇ ਫਰਲੇ ਲਾਉਣ ਵਾਸਤੇ ਸ੍ਰੀ ਦਰਬਾਰ ਸਾਹਿਬ ਵਿੱਚ ਟਾਸਕ ਫੋਰਸ ਆ ਜਾਂਦੀ ਆ, ਲੱਤਾਂ ਬਾਹਾਂ ਤੋੜਨ ਤੇ ਟਾਸਕ ਫੋਰਸ ਆ ਜਾਂਦੀ ਆ। ਪਰ ਜਦੋਂ ਇੱਥੇ ਬੇਅਦਬੀ ਦੀਆਂ ਗੱਲਾਂ ਹੁੰਦੀਆਂ ਵਾ ਗੁਰੂ ਘਰਾਂ ਦੇ ਵਿੱਚ ਐਡੇ ਤੱਕ ਸਾਬਤ ਹੋ ਗਈ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਨੇ ਖਾਲਸੇ ਨੂੰ ਪ੍ਰਗਟ ਕੀਤਾ ਵਾ। ਅੱਜ ਅਸੀਂ ਅਵੇਸਲੇ ਹੋ ਚੁੱਕੇ ਹਾਂ, ਸਿਰਫ ਤੇ ਸਿਰਫ ਆਪਣੇ ਜਥੇਬੰਦੀ ਨੂੰ ਅੱਗੇ ਵਧਾਉਣ ਦੀ ਸੋਚਦੇ ਹਾਂ ਅਸੀਂ ਸਾਰੇ ਹੀ ਵੀ ਸਾਡੇ ਜਥੇਬੰਦੀ ਸਭ ਤੋਂ ਮੂਹਰੇ ਹੋਣੀ ਚਾਹੀਦੀ, ਸਾਡਾ ਨਾਂ ਸਭ ਤੋਂ ਮੂਹਰੇ ਹੋਣਾ ਚਾਹੀਦਾ। ਬੇਅਦਬੀ ਦੀ ਕੋਈ ਗੱਲ ਨਹੀਂ, ਸਾਡਾ ਜਿਹੜਾ ਪੂਰੇ ਵਰਲਡ ਦੇ ਵਿੱਚ ਨਾਂ ਜਾਣਾ ਚਾਹੀਦਾ ਵਾ, ਵੀ ਮੇਰਾ ਨਾਂ ਹੋਣਾ ਚਾਹੀਦਾ, ਵੀ ਪੰਜਾਬ ਸਿੰਘ ਨੂੰ ਸਾਰੀ ਦੁਨੀਆ ਵੇਖ ਰਹੀ ਆ। ਬਸ ਇੱਥੋਂ ਤੱਕ ਸਾਡੀ ਸੀਮਤ ਰਹਿ ਗਏ ਆ। ਅੱਗੇ ਤੋਂ ਕੋਈ ਵੀ ਵਾਰਦਾਤ ਬੇਅਦਬੀ ਦੀ ਜਿਹੜੀ ਹੁੰਦੀ ਆ ਉਹ ਜਿਹੜਾ ਪਕੜਿਆ ਜਾਂਦਾ ਵਾ ਉਹਨੂੰ ਗੁਰੂ ਪੰਥ ਦੇ ਸਪੁਰਦ ਕਰਨਾ ਚਾਹੀਦਾ ਵਾ ਤੇ ਗੁਰੂ ਪੰਥ ਹੀ ਉਹਦੀ ਤਬਦੀਸ਼ ਕਰੇ, ਉਹਦੀ ਸਜ਼ਾ ਦੇਵੇ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੁਝ ਦਿਨ ਪਹਿਲੋਂ ਜੋ ਵੀ ਘਟਨਾ ਵਾਪਰੀ ਸੀ, ਬੇਅਦਬੀ ਦੀ ਘਟਨਾ ਹੋਈ ਆ, ਸਾਰੀ ਸੰਗਤ ਜਾਣਦੀ ਆ। ਉਸ ਤੋਂ ਬਾਅਦ ਦੇ ਵਿੱਚ ਕੌਮ ਦੇ ਵਿੱਚ ਰੋਸ ਵਧਿਆ, ਕਿਉਂਕਿ ਜੇ ਬਰਗਾੜੀ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤੇ ਬਹੁਤ ਹੀ ਥਾਵਾਂ ਦੇ ਉੱਤੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਹੈਗੀਆਂ ਵਾ। ਬਰਗਾੜੀ ਦੇ ਵਿੱਚ ਵੀ ਗੁਰਜਵਾਰ ਸਿੰਘ ਵਾਲਾ ਤੋਂ ਸਰੂਪ ਚੋਰੀ ਕਰ ਲਿਆ ਜਾਂਦਾ ਵਾ, ਬਰਗਾੜੀ ਦੇ ਵਿੱਚ ਅੰਕ ਖਿਲਾਰ ਦਿੱਤੇ ਜਾਂਦੇ ਆ। ਆਮ ਪਿੰਡ ਦੇ ਵਿੱਚ ਜੇ ਗੱਲ ਕਰੀਏ ਤੇ ਸੌਦਾ ਸਾਧ ਵੱਲੋਂ ਪੋਸਟਰ ਲਾ ਦਿੱਤੇ ਜਾਂਦੇ ਆ ਉਹਦੇ ਚੇਲੇ ਚਪਟਿਆਂ ਵੱਲੋਂ ਕਿ ਤੁਹਾਡਾ ਸਰੂਪ ਸਾਡੇ ਕੋਲ ਆ, ਜੇ ਲੱਭ ਸਕਦੇ ਲੱਭ ਲਿਓ, ਤਾਂ ਕਿ ਇਨਾਮ ਵੀ ਦੱਸ ਦਿੱਤੇ ਜਾਂਦੇ ਕਿ ਜੇ ਲੱਭ ਲੋਗੇ ਤੁਹਾਨੂੰ ਇਨਾਮ ਹੀ ਦਿੱਤਾ ਜਾਊਗਾ। ਉਸ ਤੋਂ ਬਾਅਦ ਕੌਮ ਦੀ ਤਰਾਸਦੀ ਕਹਿ ਸਕਦੇ ਆ, ਜਿਹੜੇ ਕੌਮ ਦੇ ਆਗੂ ਸੀ ਉਹਨਾਂ ਨੇ ਜੋ ਵੀ ਕੋਸ਼ਿਸ਼ ਕੀਤੀ ਪਰ ਅਜੇ ਤੱਕ ਇਨਸਾਫ ਨਹੀਂ ਮਿਲ ਸਕਿਆ। ਬਰਗਾੜੀ 'ਚ ਮੋਰਚਾ ਲੱਗਾ, 6 ਮਹੀਨੇ ਤੋਂ ਬਾਅਦ ਮੋਰਚਾ ਲੱਗਦਾ ਵਾ, ਸਰਕਾਰ ਪਹੁੰਚਦੀ ਉੱਥੇ ਵਾਅਦਾ ਕਰਕੇ ਕਹਿੰਦੇ ਕਿ ਅਸੀਂ ਇਨਸਾਫ ਦਵਾ ਦਾਂਗੇ। ਬਰਗਾੜੀ ਵਾਲਾ ਮੋਰਚਾ ਤੇ ਉੱਠ ਜਾਂਦਾ ਪਰ ਇਨਸਾਫ ਅਜੇ ਤੱਕ ਨਹੀਂ ਮਿਲਦਾ। ਕਾਂਗਰਸ ਸਰਕਾਰ, ਅਕਾਲੀ ਸਰਕਾਰ ਬਦਲ ਵੀ ਚੁੱਕੀਆਂ ਵਾ। ਇਸ ਟਾਈਮ ਫਿਰ ਕਾਂਗਰਸ ਦੇ ਜਿਹੜੇ ਕਿ CM ਉਹ ਵੀ ਬਦਲ ਚੁੱਕੇ ਹੈਗੇ ਆ। ਵੇਖਦੇ ਹਾਂ ਇਨਸਾਫ ਕਦੋਂ ਮਿਲੂਗਾ ਤੇ ਹੱਦ ਤੇ ਉਦੋਂ ਹੋਗੀ ਜਦੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਖਾਲਸੇ ਦੀ ਜਨਮ ਭੂਮੀ ਵਿਖੇ ਇੱਕ ਹੋਰ ਦੁਸ਼ਟ ਜਿਹੜਾ ਪਹੁੰਚਦਾ ਵਾ ਉੱਥੇ, ਜਿਹੜਾ ਇੱਕ ਹੋਰ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇ ਦਿੰਦਾ। ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਸਿੱਖ ਜਥੇਬੰਦੀਆਂ, ਸਿੱਖ ਚਿੰਤਕ ਜਿਹੜੇ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚ ਰਹੇ ਆ। ਅੱਜ ਪਾਤਸ਼ਾਹ ਸਮਾਗਮ ਵੀ ਹੋਇਆ। ਪਾਤਸ਼ਾਹ ਸਮਾਗਮ ਤੋਂ ਬਾਅਦ ਦੇ ਵਿੱਚ ਫਿਰ ਮੋਰਚਾ ਲੱਗ ਗਿਆ। ਫਿਰ ਸਿੱਖ ਚਿੰਤਕਾਂ ਨੇ, ਸਿੱਖ ਜਥੇਬੰਦੀਆਂ ਨੇ ਮੋਰਚਾ ਲਾ ਦਿੱਤਾ ਕਿ ਜਿੰਨਾ ਚਿਰ ਮਸਲੇ ਦਾ ਹੱਲ ਕੋਈ ਨਹੀਂ ਹੋਊਗਾ ਅਸੀਂ ਉਹਨਾਂ ਚਿਰ ਨਹੀਂ ਉੱਠਾਂਗੇ। ਵੱਡੇ ਵੱਡੇ ਐਲਾਨ ਵੀ ਹੋਏ ਆ। ਨਰੈਣ ਸਿੰਘ ਚੌੜਾ ਸਾਡੇ ਕੋਲ ਪਹੁੰਚੇ ਹੈਗੇ ਆ, ਉਹਨੇ ਵੀ ਹੁਣੇ ਥੋੜੀ ਦੇਰ ਪਹਿਲਾਂ ਸਟੇਜ ਤੇ ਬੋਲ ਕੇ ਸਾਡੇ ਕੋਲ ਪਹੁੰਚ ਚੁੱਕੇ ਆ। ਵੀਰ ਜੀ ਨੂੰ ਫਤਿਹ ਸਾਂਝ ਕਰਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਵੇਖਦੇ ਆ ਸਾਰਾ ਘਟਨਾਕ੍ਰਮ? ਜੇ ਬਰਗਾੜੀ ਤੋਂ ਲੈ ਕੇ ਬੇਅਦਬੀਆਂ ਪਹਿਲੋਂ ਵੀ ਹੋਈਆਂ ਬਹੁਤ ਜ਼ਿਆਦਾ, 'ਚ ਕੋਈ ਸ਼ੱਕ ਨਹੀਂ, ਪਰ ਬਰਗਾੜੀ ਦੀ ਘਟਨਾ ਨੇ ਇੱਕ ਨਹੀਂ ਫਿਰ ਸਿੱਖ ਕੌਮ ਨੂੰ ਝੰਜੋੜਤਾ। ਉਸ ਤੋਂ ਬਾਅਦ ਦੇ ਵਿੱਚ ਜੋ ਘਟਨਾਕ੍ਰਮ ਇੱਥੇ ਵਾਪਰਿਆ, ਵੇਖੋ ਜੀ, ਜਿੰਨੀਆਂ ਵੀ ਹੁਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀ ਦੀਆਂ ਵਾਰਦਾਤਾਂ ਹੋਈਆਂ, ਉਹਨਾਂ ਦੇ ਪਿੱਛੇ ਸਿੱਧੇ ਤੌਰ ਤੇ ਦੇਹਧਾਰੀ ਗੁਰੂ ਦੰਬ ਦਾ ਹੱਥ ਆ, ਜਿਹਨੂੰ ਸਰਕਾਰ ਦੀ ਸਰਪ੍ਰਸਤੀ ਆ ਤੇ ਪੰਥਕ ਸੰਸਥਾਵਾਂ ਦੇ ਅਵੇਸਲੇਪਣ ਦਾ ਉਹ ਫਾਇਦਾ ਉਠਾ ਕੇ ਅਜਿਹੀਆਂ ਦਰਦਨਾਕ ਵਾਰਦਾਤਾਂ ਨੂੰ ਉਹ ਅੰਜਾਮ ਦੇ ਰਿਹਾ ਵਾ। ਜਿੰਨਾ ਚਿਰ ਇਹਨਾਂ ਸਾਰੀਆਂ ਵਾਰਦਾਤਾਂ ਨੂੰ ਖਾਲਸਾਈ ਸੁਰ ਵਿੱਚ, ਖਾਲਸਾਈ ਰਵਾਇਤਾਂ ਤੇ ਪੰਥਕ ਮਰਜ਼ਾਦਾ ਅਨੁਸਾਰ ਸਜ਼ਾ ਨਹੀਂ ਦਿੱਤੀ ਜਾਂਦੀ,
ਉਹਨਾਂ ਚਿਰ ਇਹ ਵਾਰਦਾਤਾਂ ਜਿਹੜੀਆਂ ਉਹਨਾਂ ਨੂੰ ਠੱਲ ਨਹੀਂ ਪੈ ਸਕਦੀ। ਆਮ ਗੁਰਦੁਆਰਾ ਸਾਹਿਬ 'ਚ ਘਟਨਾਵਾਂ ਵਾਪਰਦੀਆਂ ਸੀ, ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਕਵਾੜ ਬੰਦ ਹੁੰਦੇ ਸੀ ਜਾਂ ਕਵਾੜ ਖੋਲ੍ਹੇ ਹੁੰਦੇ ਸੀ, ਉੱਥੇ ਸਾਡੇ ਰਾਗੀ ਢਾਡੀ ਜਾਂ ਕੋਈ ਵੀ ਜਿਹੜੇ ਉੱਥੇ ਗੁਰੂ ਸਾਹਿਬ ਦੇ ਸੇਵਕ ਹੁੰਦੇ ਸੀ ਨਹੀਂ ਸੀ ਹੁੰਦੇ ਉਸ ਟਾਈਮ ਦੇ ਉੱਤੇ, ਘਟਨਾ ਵਾਪਰ ਜਾਂਦੀਆਂ। ਕਿਸੇ ਪਿੰਡ ਦੇ ਵਿੱਚ ਕੋਈ ਨਹੀਂ ਸੀ ਪਹੁੰਚਦਾ, ਉੱਥੇ ਜਦੋਂ ਨੂੰ ਪਤਾ ਲੱਗਦਾ ਸੀ ਤੁਹਾਡੇ ਵਰਗੇ ਪੰਥਰ ਦੇ ਪਹੁੰਚਦੇ ਸੀ। ਪਰ ਇਹ ਜਿਹੜੀ ਘਟਨਾ ਵਾਪਰੀ ਆ ਇੱਥੇ ਤੇ ਸਾਡੇ ਜੇ ਆਪਾਂ ਗੱਲ ਕਰੀਏ ਪਹਿਰੇਦਾਰ ਫੌਜ ਇੱਥੇ ਤਾਇਨਾਤ ਰਹਿੰਦੀ ਆ, ਤਖਤ ਸਾਹਿਬ ਦੀ ਗੱਲ ਕਰਦੇ ਆ ਜਾਂ ਮੇਨ ਵੱਡੇ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਆ, ਫਿਰ ਵੀ ਇਹ ਵੱਡੀ ਘਟਨਾ ਵਾਪਰ ਚੁੱਕੀ। ਵੇਖੋ, ਕਿਉਂਕਿ ਉਹ ਮਿੱਥ ਕੇ ਆਇਆ ਸੀ, ਉਹਨੇ ਐਸਾ ਤਰੀਕਾ ਅਪਣਾਇਆ। ਅਸੀਂ ਇੱਥੇ ਜਿਹੜੇ ਸੇਵਾਦਾਰ ਨੇ, ਜਿਹੜੇ ਉਹ ਭਾਈ ਮੌਜੂਦ ਰਹਿੰਦੇ ਨੇ, ਉਹਨਾਂ ਵਿੱਚੋਂ ਅਸੀਂ ਕੁਝ ਨੂੰ ਪੁੱਛਿਆ। ਉਹ ਇੱਕਦਮ ਉਹ ਕਿਉਂਕਿ ਮਿੱਥ ਕੇ ਆਇਆ ਸੀ ਕਿ ਮੈਂ ਆਹ ਕੰਮ ਕਰਨਾ, ਉਹਨੇ ਕਰ ਦਿੱਤਾ। ਜਦੋਂ ਕਰ ਦਿੱਤਾ ਉਸ ਤੋਂ ਬਾਅਦ ਜਿਹੜੀ ਕਾਰਵਾਈ ਕਰਨੀ ਚਾਹੀਦੀ ਸੀ ਇਹਨਾਂ ਨੂੰ, ਉਹ ਪੰਥਕ ਸੁਰ ਵਿੱਚ ਕਰਨੀ ਚਾਹੀਦੀ, ਉਹ ਪੰਥਕ ਸੁਰ ਵਿੱਚ ਨਹੀਂ ਹੋਈ। ਬੇਸ਼ੱਕ ਉਹ ਫੜਿਆ ਵੀ ਗਿਆ, ਫੜਨ ਤੋਂ ਬਾਅਦ ਉਹਨੂੰ ਪੁਲਿਸ ਦੇ ਹਵਾਲੇ ਕਰਨ ਦੀ ਥਾਂ ਉਹਨੂੰ ਗੁਰੂ ਪੰਥ ਦੇ ਹਵਾਲੇ ਕਰਨਾ ਚਾਹੀਦਾ ਸੀ, ਜਿਹੜਾ ਪੰਥਕ ਰਵਾਇਤਾਂ ਅਨੁਸਾਰ ਉਹਦੀ ਤਬਦੀਸ਼ ਕਰਦਾ, ਤੇ ਉਹਦੀ ਤਬਦੀਸ਼ ਕਰਨ ਤੋਂ ਬਾਅਦ ਉਹਦੇ ਦੋਸ਼ ਮੁਤਾਬਕ ਉਹਨੂੰ ਪੰਥਕ ਸਿਧਾਂਤਾਂ ਅਨੁਸਾਰ ਹੀ ਉਹਨੂੰ ਸਜ਼ਾ ਦਿੰਦਾ। ਗੁਰੂ ਪੰਥ ਦੀ ਕਚਹਿਰੀ ਦੇ ਵਿੱਚ ਜਿਹਨੂੰ ਪੂਰਾ ਸਿੱਖ ਜਗਤ ਵੀ ਵੇਖਦਾ ਅਤੇ ਪੂਰੀ ਨਿਆਂ ਪਸੰਦ ਦੁਨੀਆ ਵੀ ਉਹਨੂੰ ਨਿਆਂ ਮੰਨਦੀ। ਜਦੋਂ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ, ਇਹ ਸਾਰੀਆਂ ਵਾਰਦਾਤਾਂ ਦਾ ਆਰੰਭ ਕਦੋਂ ਤੋਂ ਹੋਇਆ ਵਾ ਉਹ ਹੁਣ ਮੈਨੂੰ ਸਾਲ ਤੇ ਯਾਦ ਨਹੀਂ। ਸਭ ਤੋਂ ਪਹਿਲੀ ਵਾਰਦਾਤ ਹੋਈ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੱਥੇ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੁੰਦਾ, ਤੇ ਉਹਦੇ ਪੀੜੇ ਉੱਤੇ ਬਹਿ ਜਾਣਾ। ਉਹ ਪੀੜੇ ਉੱਤੇ ਜਿਹੜਾ ਬੰਦਾ ਬੈਠਾ ਸੀ ਉਹਨੂੰ ਕਿਉਂ ਛੱਡ ਦਿੱਤਾ ਗਿਆ, ਇਹ ਕਹਿ ਕੇ ਕਿ ਮੰਦਬੁੱਧੀ ਆ, ਜਦੋਂ ਕਿ ਅਸੀਂ ਵੇਖਿਆ ਉਹ ਬੜਾ ਸੁਚੇਤ ਸੀ, ਉਹਦਾ ਕੋਈ ਦਿਮਾਗੀ ਸੰਤੁਲਨ ਨਹੀਂ ਵਿਗੜਿਆ। ਉਹ ਇੱਕ ਅੱਜ ਫੇਰ ਉਹੋ ਜੀ ਵਾਰਦਾਤ ਨੂੰ ਵੀ ਜਿਹੜੀ ਸਰਕਾਰ ਆ ਚਾਹੇ ਪੁਲਿਸ ਆ, ਉਹ ਇਹ ਕਹਿ ਕੇ ਉਹਨੂੰ ਦੋਸ਼ ਮੁਕਤ ਕਰਨਾ ਚਾਹੁੰਦੀ ਆ ਕਿ ਇਹ ਬੰਦਾ ਜਿਹੜਾ ਸੀ ਇਹ ਮੰਦਬੁੱਧੀ ਆ, ਇਹਦਾ ਦਿਮਾਗੀ ਸੰਤੁਲਨ ਵਿਗੜਿਆ ਵਾ, ਇਸ ਕਰਕੇ ਇਹਨੇ ਇੱਥੋਂ ਵਾਰ ਦਿੱਤੀ। ਪਰ ਜਿਵੇਂ ਉਹ ਆਇਆ, ਜਿਹਦੇ ਨਾਲ ਉਹਦਾ ਸਬੰਧ ਆ, ਉਹਦਾ ਸਿੱਧਾ ਸਬੰਧ ਹੈਗਾ ਡੇਰਾ ਸਿਰਸਾ ਨਾਲ। ਉਹਦਾ ਜਿਹੜਾ ਪਿਓ ਆ ਉਹ ਡੇਰਾ ਸਿਰਸਾ ਦੀ ਜਿਹੜੀ ਅਹਿਮ ਉਹਨਾਂ ਦੀ ਕਮੇਟੀ ਆ, ਉਹਦਾ ਮੈਂਬਰ ਆ। ਇਹਦਾ ਜਿਹੜੀ ਸ਼ਾਦੀ ਆ ਉਹ ਵੀ ਡੇਰੇ ਵਿੱਚ ਹੋਈ। ਉਸ ਤੋਂ ਬਾਅਦ ਇਹਨੂੰ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਹਨੂੰ ਨਸ਼ਾ ਛਡਾਓ ਕੇਂਦਰ ਜਿਹੜਾ ਸਿੱਖ ਸੰਸਥਾਵਾਂ ਵੱਲੋਂ ਚਲਾਇਆ ਜਾਂਦਾ ਉੱਥੇ ਭੇਜਿਆ ਗਿਆ। ਇਹ ਸਾਰੀ ਉਹਦੀ ਰਿਹਰਸਲ ਸੀ। ਰਿਹਰਸਲ ਕਰਨ ਤੋਂ ਬਾਅਦ ਉਹ ਕਿੰਨਾ ਲੰਮਾ ਸਫ਼ਰ ਕਰਕੇ ਲੁਧਿਆਣੇ ਤੋਂ ਇੱਥੇ ਪਹੁੰਚਿਆ। ਇੱਥੇ ਪਹੁੰਚ ਕੇ ਆਪਣੀ ਗੱਡੀ ਜਿਹੜੀ ਆ ਉਹ ਬਾਹਰ ਲਾਈ, ਉੱਥੋਂ ਆਣ ਕੇ ਉਹ ਤਖਤ ਸਾਹਿਬ ਦੇ ਵਿੱਚ ਦਾਖਲ ਹੋਇਆ। ਤੇ ਜਿਉਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਜਿਹੜੀ ਆ ਉਹ ਆ ਰਹੀ ਸੀ ਤੇ ਕੀਰਤਨ ਜਿਹੜਾ ਹੋ ਰਿਹਾ ਸੀ, ਉਹਨੇ ਉਹ ਮੌਕਾ ਵੇਖ ਕੇ ਕਿ ਹੁਣ ਸਾਰੀ ਸੰਗਤ ਦਾ ਧਿਆਨ ਹੈ ਜਿਹੜਾ ਉਸ ਪਾਸੇ ਆ, ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆ ਰਹੀ ਆ ਤੇ ਸ਼ਰਧਾ ਵਿੱਚ ਧਿਆਨ ਕੇਂਦਰਿਤ ਕੀਤਾ ਵਾ, ਤੇ ਉਹਨੇ ਮੌਕਾ ਸੰਭਾਲਿਆ ਤੇ ਆਣ ਕੇ ਉਹਨੇ ਉੱਥੇ ਸਿਗਰਟ ਵੀ ਸੁੱਟੀ ਤੇ ਧੂਆਂ ਉਹ ਬਾਹਰੋਂ ਹੀ ਸਿਗਰਟ ਬਾਲ ਕੇ ਆਪਣੇ ਮੂੰਹ ਵਿੱਚ ਧੂਆਂ ਲੈ ਕੇ ਉਹਦਾ ਸਿਗਰਟ ਦਾ ਉਹ ਅੰਦਰ ਦਾਖਲ ਹੋਇਆ ਤੇ ਇੱਥੇ ਆਣ ਕੇ ਉਹਨੇ ਜਿਹੜਾ ਕੀਰਤਨੀ ਰਾਗੀ ਜਥਾ ਸੀ ਉਹਦੇ ਉੱਤੇ ਉਹਨੇ ਧੂਆਂ ਛੱਡਿਆ ਤੇ ਬੀੜੀ ਵੀ ਉੱਥੇ ਸੁੱਟ ਦਿੱਤੀ। ਇੱਕ ਬੀਬੀ ਨੇ ਸਭ ਤੋਂ ਪਹਿਲਾਂ ਉਹਨੂੰ ਵੇਖਿਆ। ਉਸ ਤੋਂ ਬਾਅਦ ਕਿਉਂਕਿ ਉੱਥੇ ਸੁਚੇਤ ਜਿਹੜੇ ਸਿੰਘ ਸੀ ਤਿਆਰ ਉਹਨਾਂ ਨੂੰ ਪਹਿਰੇਦਾਰ ਹੋਣਾ ਚਾਹੀਦਾ ਸੀ, ਪਰ ਉਹ ਜਿੰਨੇ ਹੈ ਵੀ ਸੀ ਉਹ ਉਸ ਪਾਸੇ ਸਾਰੇ ਰੁੱਝੇ ਹੀ। ਕੋਈ ਸ਼ਸਤਰਾਂ ਵੱਲ ਸੀ, ਸੇਵਾ ਸੰਭਾਲ ਕਰ ਰਿਹਾ ਸੀ, ਕੋਈ ਕੁਝ ਕਰ ਰਿਹਾ ਸੀ, ਕੋਈ ਕੁਝ ਕਰ ਰਿਹਾ ਸੀ, ਪਰ ਉਹ ਇੱਕਦਮ ਉਧਰ ਧਿਆਨ ਕੇਂਦਰਿਤ ਨਹੀਂ ਕਰ ਸਕੇ। ਪਰ ਜਿਹੜਾ ਫੜਿਆ ਗਿਆ, ਜਦੋਂ ਉਹ ਫੜਿਆ ਹੀ ਗਿਆ ਤੇ ਫੜੇ ਜਾਣ ਤੋਂ ਬਾਅਦ ਇੱਕ ਪੁਲਿਸ ਕਰਮਚਾਰੀ ਜਿਹਦੀ ਪਹਿਲਾਂ ਹੀ ਇੱਥੇ ਡਿਊਟੀ ਲੱਗੀ ਆ ਉਹਨੂੰ ਡਿਊਟੀ 'ਚ ਲੈ ਜਾਂਦਾ, ਉੱਥੇ ਕਿੰਨਾ ਚਿਰ ਬਹਾਲ ਛੱਡਦਾ, ਉੱਥੇ ਕੋਈ ਨਹੀਂ ਆਇਆ। ਜੇ ਨਹੀਂ ਆਇਆ ਸਾਰਾ ਵੇਸਲਾ ਪਾਣਾ, ਫਿਰ ਉਹਨੂੰ ਪੁਲਿਸ ਦੇ ਹਵਾਲੇ ਕਰਨਾ, ਇਹ ਵੇਸਲਾ ਪਾਣਾ। ਜਿਸ ਤਰ੍ਹਾਂ ਖਾਲਸਾਈ ਸੁਰ ਦੇ ਵਿੱਚ ਖਾਲਸਾਈ ਸਿਧਾਂਤਾਂ ਅਨੁਸਾਰ ਉਹਦੀ ਤਬਦੀਸ਼ ਹੋਣੀ ਚਾਹੀਦੀ ਸੀ, ਉਹ ਨਹੀਂ ਹੋਈ। ਇਹਦੇ ਉੱਤੇ ਹੀ ਜਿਹੜੀਆਂ ਪੰਥਕ ਸ਼ਖਸੀਅਤਾਂ ਚਾਹੇ ਪੰਥਕ ਜਥੇਬੰਦੀਆਂ ਜਿਹੜੀਆਂ ਪੰਥ ਨੂੰ ਸਮਰਪਿਤ ਨੇ ਉਹਨਾਂ ਨੂੰ ਰੋਸ ਹੈ। ਉਹ ਰੋਸ ਵਿੱਚੋਂ ਹੀ ਉਹਨਾਂ ਨੇ ਜਿਹੜੇ ਪ੍ਰਬੰਧਕ ਨੇ, ਜਿਹਦੇ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਹੈੱਡ ਗ੍ਰੰਥੀ, ਮੈਨੇਜਰ ਜਾਂ ਜਿਹੜੇ ਹੋਰ 2-3 ਨਾਂ ਨੇ, ਉਹਨਾਂ ਦੇ ਅਸਤੀਫੇ ਮੰਗੇ ਆ। ਪਰ ਇਹ ਅਸਤੀਫੇ ਦੇ ਵੀ ਦੇਣ, ਮਸਲਾ ਫਿਰ ਵੀ ਜਿਉਂ ਦਾ ਤਿਉਂ ਆ ਕਿ ਇਸ ਜਿਹੜਾ
ਬਹੁਤ ਵੱਡੀ ਇੱਕ ਸਾਜ਼ਿਸ਼ ਆ। ਇਹਨੂੰ ਠੱਲਣਾ ਕਿਵੇਂ ਆ? ਉਹ ਠੱਲ ਪਾਉਣ ਦਾ ਤਰੀਕਾ ਇੱਕੋ ਇੱਕ ਆ ਕਿ ਗਰਿਆਈ ਦਾ ਜਿਹੜਾ ਸਿਧਾਂਤ ਆ, ਦਸਵੇਂ ਪਾਤਸ਼ਾਹ ਨੇ ਗਰਿਆਈ ਸ੍ਰੀ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਬਖਸ਼ੀ ਆ, ਤੇ ਪੰਥ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਰਹਿਣਾ ਤੇ ਪਹਿਰੇਦਾਰੀ ਕਰਨੀ ਆ। ਜੇ ਪਹਿਰੇਦਾਰੀ ਵਿੱਚ ਅਵੇਸਲਾਪਣ ਆ ਗਿਆ, ਤਾਬਿਆ ਤੋਂ ਖਾਲਸਾ ਬਾਹਰ ਹੋ ਗਿਆ, ਤੇ ਇਹਨੂੰ ਠੱਲ ਨਹੀਂ ਪੈਣੀ। ਦੂਜਾ ਜਿਹੜਾ ਸਿਧਾਂਤ ਇਹਨਾਂ ਲੋਕਾਂ ਨੂੰ ਗੁਰੂ ਮਹਾਰਾਜ ਨੇ ਸਜ਼ਾ ਦਾ ਨਿਸ਼ਚਿਤ ਕੀਤਾ ਵਾ, ਉਹ ਸਿਧਾਂਤ ਦੇ ਪਹਿਰੇਦਾਰ ਬਣਨਾ। ਉਹ ਸਿਧਾਂਤ ਕੀ ਆ? ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟਾ ਕਰੇ ਤੇ ਸੰਕਰ ਪਾਨ। ਉਹ ਇੱਕ ਨਿੰਦਿਆ ਕਰਨ ਵਾਲੇ ਲਈ ਵਾਸਤੇ ਇਹ ਸਜ਼ਾ ਵਾ। ਇਹ ਇਤਿਹਾਸ ਦੇ ਵਿੱਚ ਇਹ ਗੁਰੂ ਦੇ ਬਚਨ ਜਿਹੜੇ ਨੇ ਉਹ ਦਰਜ ਨੇ, ਤੇ ਸਿੱਖ ਇਹਨਾਂ ਨੂੰ ਪੜ੍ਹਦੇ ਰਹਿੰਦੇ ਆ, ਸੁਣਦੇ ਰਹਿੰਦੇ ਆ, ਤੇ ਕੁਝ ਉਹਨਾਂ ਉੱਤੇ ਅਮਲ ਕਰਦੇ ਵੀ ਆ, ਤੇ ਅੱਗੇ ਤੋਂ ਕਰਨਾ ਵੀ ਚਾਹੀਦਾ ਵਾ। ਇੱਕ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਆ ਕਿ ਨਿਆਂਪਾਲਿਕਾ ਤੋਂ ਨਹੀਂ ਮਿਲਣਾ, ਕਿਉਂਕਿ ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਹਿੰਦੁਸਤਾਨ ਨੂੰ ਸਮਰਪਿਤ ਨੇ, ਤੇ ਹਿੰਦੁਸਤਾਨ ਜਿਹੜਾ ਉਹ ਸਿੱਖ ਕੌਮ ਨੂੰ ਆਪਣਾ ਦੁਸ਼ਮਣ ਕਰਾਰ ਦੇ ਚੁੱਕਾ ਵਾ, ਤੇ ਦੁਸ਼ਮਣਾਂ ਦੀ ਗੱਲ ਸੁਣਨੀ, ਚਾਹੇ ਦੁਸ਼ਮਣਾਂ ਨੂੰ ਨਿਆਂ ਦੇਣਾ, ਉਹ ਕਦੇ ਵੀ ਦੁਸ਼ਮਣ ਨਹੀਂ ਕਰ ਸਕਦਾ। ਦੁਸ਼ਮਣ ਤੋਂ ਨਿਆਂ ਸਾਨੂੰ ਨਹੀਂ ਭਾਲਣਾ ਚਾਹੀਦਾ। ਅੱਗੇ ਤੋਂ ਕੋਈ ਵੀ ਵਾਰਦਾਤ ਬੇਅਦਬੀ ਦੀ ਜਿਹੜੀ ਹੁੰਦੀ ਆ, ਉਹ ਜਿਹੜਾ ਪਕੜਿਆ ਜਾਂਦਾ ਵਾ, ਉਹਨੂੰ ਗੁਰੂ ਪੰਥ ਦੇ ਸਪੁਰਦ ਕਰਨਾ ਚਾਹੀਦਾ ਵਾ, ਤੇ ਗੁਰੂ ਪੰਥ ਹੀ ਉਹਦੀ ਤਬਦੀਸ਼ ਕਰੇ, ਉਹਦੀ ਸਜ਼ਾ ਦੇਵੇ। ਇੱਕ ਗੱਲ ਇੱਥੇ ਮੈਂ ਨਾਲ ਹੀ ਸ਼ਾਮਲ ਕਰਦਾ ਕਿ ਕਿਤੇ ਇਹ ਨਾ ਹੋਏ ਕਿ ਕੋਈ ਨਿਰਦੋਸ਼ ਭੁਲੇਖੇ ਦੇ ਵਿੱਚ, ਜਿਵੇਂ ਗੁਰਦਾਸਪੁਰ ਦੇ ਵਿੱਚ ਘਟਨਾ ਵਾਪਰੀ ਸੀ, ਉਹ ਅਨਿਆਂ ਨਹੀਂ ਹੋਣਾ ਚਾਹੀਦਾ। ਪਰ ਨਿਆਂ ਪੰਥ ਨੂੰ ਆਪ ਹੀ ਲੈਣਾ ਪੈਣਾ ਵਾ, ਤੇ ਪੰਥ ਤੋਂ ਬਿਨਾ ਕਿਸੇ ਨੇ ਨਿਆਂ ਨਹੀਂ ਦੇਣਾ, ਸਰਕਾਰ ਨੂੰ ਝਾਕ ਨਹੀਂ ਰੱਖਣਾ। ਡੇਰਾਵਾਦ ਤੁਸੀਂ ਗੱਲ ਕੀਤੀ ਆ, ਡੇਰਾਵਾਦ ਪੰਜਾਬ ਦੇ ਵਿੱਚ ਬਹੁਤ ਪ੍ਰਫੁੱਲਤ ਹੋਇਆ, ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਡੇਰਾਵਾਦ ਵਧਣ ਦੇ ਕਾਰਨ ਕੀ ਹੈ? ਵੇਖੋ, ਜਦੋਂ ਸਿੱਖ ਕੌਮ ਨੂੰ ਦੁਸ਼ਮਣ ਕਰਾਰ ਦੇ ਦਿੱਤਾ, ਤੇ ਡੇਰਾਵਾਦ ਦੁਸ਼ਮਣਾਂ ਉੱਤੇ, ਜਿਹਨੇ ਸਰਕਾਰ ਨੂੰ ਸਿੱਖ ਕੌਮ ਨੂੰ ਆਪਣਾ ਦੁਸ਼ਮਣ ਮੰਨ ਲਿਆ, ਉਹ ਸਿੱਖ ਕੌਮ ਦੇ ਉੱਤੇ ਇੱਕ ਵਾਰ ਦਾ ਇੱਕ ਉਹਨਾਂ ਦਾ ਪੈਂਤੜਾ ਵਾ ਕਿ ਇੱਥੇ ਡੇਰਾਵਾਦ ਨੂੰ ਸਥਾਪਿਤ ਕਰ ਦਿੱਤਾ ਜਾਵੇ, ਉਹਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇ, ਤੇ ਇਹ ਸਿੱਖਾਂ ਨੂੰ ਹੀ ਉਹਦੇ ਛਲਾਵੇ ਵਿੱਚ ਲੈਣ ਦਾ ਯਤਨ ਕੀਤਾ ਜਾਵੇ, ਤੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦਾ ਵੋਟ ਬੈਂਕ ਜਿਹੜਾ ਪੱਕਾ ਬਣ ਜਾਵੇ, ਤੇ ਉਹ ਵੋਟ ਬੈਂਕ ਨੂੰ ਪ੍ਰਾਪਤ ਕਰਨ ਵਾਸਤੇ ਉਹ ਉਹਨਾਂ ਦੇ ਵਿਰੁੱਧ ਕੋਈ ਵੀ ਕਾਰਵਾਈ ਕਰਨ ਤੋਂ ਜਿਹੜੇ ਆ ਉਹ ਝੱਕਣ, ਤੇ ਉਹਨਾਂ ਵਿਰੁੱਧ ਕੋਈ ਵੀ ਕਾਰਵਾਈ ਨਾ ਕਰਨ। ਇਹ ਆਪਾਂ ਵੇਖ ਹੀ ਲਿਆ ਵਾ। ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸਿੱਖ ਕੌਮ ਨੂੰ ਵਚਨ ਦਿੱਤਾ ਸੀ, ਪਰ ਉਹ ਵਚਨ ਨਹੀਂ ਸੀ, ਉਹ ਛਲਾਵਾ ਸੀ, ਔਰ ਉਹ ਸਹੁੰ ਉਹਦੀ ਉਸੇ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਕੋਈ ਕਹਿ ਦੇ ਕਿ ਮੈਨੂੰ ਤੇਰੀ ਸਹੁੰ ਜੇ ਮੈਂ ਤੈਨੂੰ ਨਿਆਂ ਨਾ ਦਾਂ। ਸਾਡੀ ਗੁਰਬਾਣੀ ਦੀ ਸਹੁੰ ਖਾ ਕੇ ਸਿੱਖਾਂ ਨੂੰ ਨਿਆਂ ਦੇਣ ਦੀ ਉਹ ਗੱਲ ਕਰ ਰਿਹਾ, ਉਹ ਇੱਕ ਛਲਾਵਾ ਸੀ। ਛਲਾਵੇ ਵਿੱਚ ਸਿੱਖ ਕੌਮ ਵੀ ਆ ਗਈ ਵੱਡੀ ਗਿਣਤੀ ਵਿੱਚ, ਉਹਨੂੰ ਵੋਟਾਂ ਪਾ ਕੇ ਜਿਤਾ ਦਿੱਤਾ। ਤੇ ਜਦੋਂ ਉਹਦੀ ਪਾਰਟੀ ਨੇ ਹੁਣ ਵੇਖਿਆ ਕਿ ਇਹਦਾ ਵਕਾਰ ਜਿਹੜਾ ਸਿੱਖ ਕੌਮ ਦੇ ਵਿੱਚ ਖਤਮ ਹੋ ਚੁੱਕਾ, ਤੇ ਉਹ ਉਸੇ ਹੀ ਫੇਰ ਮੁੱਦੇ ਨੂੰ ਲੈ ਕੇ ਕਿ ਹੁਣ ਅਸੀਂ ਤੁਹਾਨੂੰ ਨਿਆਂ ਦੇਵਾਂਗੇ, ਅਸੀਂ ਨਿਆਂ ਦੇਵਾਂਗੇ, ਕਿਸੇ ਨੇ ਹੈਗੀ ਕੋਈ ਆਸ ਉਹ ਨਿਆਂ ਦੀ? ਕੋਲ ਕੋਈ ਨਿਆਂ ਨਹੀਂ। ਇਹਨਾਂ ਸਰਕਾਰ ਤੋਂ ਆਸ ਕਰਨੀ ਹੀ ਇਹ ਇੱਕ ਸਿੱਖ ਕੌਮ ਦਾ ਢਿੱਲਾ ਬਣਿਆ। ਕੋਈ ਆਸ ਨਹੀਂ ਇਹਨਾਂ ਨੂੰ ਕੀਤੀ ਜਾ ਸਕਦੀ, ਨਾ ਕਰਨੀ ਚਾਹੀਦੀ ਆ। ਧੰਨਵਾਦ। ਇਹ ਸਨ ਨਰੈਣ ਸਿੰਘ ਚੌੜਾ ਜੀ, ਜਿਨ੍ਹਾਂ ਨੇ ਕਿਹਾ ਕਿ ਆਸ ਨਹੀਂ ਕੋਈ ਹੈਗੀ ਇਹਨਾਂ ਤੋਂ, ਕਿਤੇ ਵੀ ਆਪਾਂ ਨੂੰ ਜਿਹੜਾ ਕਿ ਸਰਕਾਰਾਂ ਤੋਂ ਆਸ ਰੱਖ ਸਕਦੇ। ਨਿਹੰਗ ਸਿੰਘ ਜਥੇਬੰਦੀਆਂ ਦਾ ਪਹੁੰਚਣਾ ਵੀ ਲਗਾਤਾਰ ਜਾਰੀ ਆ। ਜੇ ਪਿੱਛੇ ਆਪਾਂ ਤਸਵੀਰਾਂ ਵੇਖ ਸਕਦੇ ਆ, ਜਥੇਬੰਦੀ ਦੇ ਸਿੰਘ ਹੋਰ ਵੀ ਪਹੁੰਚੇ ਹੈਗੇ। ਆਪਣਾ ਫਤਿਹ ਸਾਂਝ ਕਰਦੇ ਆ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਕਹਿਣਾ ਚਾਹੋਗੇ ਜੋ ਬੇਅਦਬੀ ਦੀ ਘਟਨਾ ਵਾਪਰੀ ਹੈਗੀ ਆ, ਬੇਅਦਬੀ ਦੀ ਘਟਨਾਵਾਂ ਨੂੰ ਕਈ ਦਿਨ ਹੋ ਗਏ ਆ, UAPA ਲੱਗ ਚੁੱਕਾ ਵਾ, ਕਿਹਾ ਜਾ ਰਿਹਾ UAPA ਲਾ ਦਿੱਤਾ ਗਿਆ ਉਸ ਬੰਦ ਦੇ ਉੱਤੇ, ਪਰ ਰੋਜ਼ ਸੰਗਤਾਂ ਦੇ ਵਿੱਚ ਉਸੇ ਤਰ੍ਹਾਂ ਵਾ ਪਛਤਾਵਾ ਸਮਾਗਮ ਹੋਇਆ। ਪਛਤਾਵਾ ਸਮਾਗਮ ਤੋਂ ਬਾਅਦ ਦੇ ਵਿੱਚ ਫੇਰ ਸੰਗਤਾਂ ਡਟ ਚੁੱਕੀਆਂ ਵਾ। ਪਹਿਲਾਂ ਤੇ ਸਾਰੇ ਦੇਸਾਂ ਵਿਦੇਸਾਂ ਵਾਲਿਆਂ ਜਿੰਨੇ ਨਿਹੰਗ ਸਿੰਘ ਜਥੇਬੰਦੀਆਂ ਜਾਂ ਹੋਰ ਟਕਸਾਲਾਂ ਪਹੁੰਚੀਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਅੱਗੇ ਵੀ ਬੜੀਆਂ ਧਰਾਵਾਂ ਲੱਗੀਆਂ ਵਾ, ਅੱਗੇ ਬੜੀਆਂ ਘਟਨਾ ਹੋਈਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਆਂ। ਇਹ ਕੋਈ ਮਹੀਨੇ ਤੋਂ, ਕੋਈ 10 ਦਿਨਾਂ ਤੋਂ ਨਹੀਂ ਚੱਲ ਰਹੀਆਂ, ਸਾਲਾਂ ਬੱਧੀ ਹੋ ਗਿਆ ਇਹ ਕਾਰਜ। ਇਸ ਕਰਕੇ ਇਹ ਸਿੱਧੀ ਫਾਂਸੀ ਚਾਹੀਦੀ ਆ। ਸਰਕਾਰ ਨੂੰ ਐਲਾਨ ਕਰਨਾ ਚਾਹੀਦਾ ਵੀ ਇਹਨੂੰ ਫਾਂਸੀ ਅਸੀਂ ਦਿੰਨੇ ਆ।
ਇਹ ਸਾਲਾਂ ਬੱਧੀ ਨਾ ਪਾਉਣ ਵੀ ਇਹ ਕੇਸ ਚਲਾਵਾਂਗੇ। ਇਹ ਤੇ ਜਿੱਦਾਂ ਔਰਤਾਂ ਦੇ ਨਾਲ ਬਲਤਕਾਰ ਪਿੱਛੇ ਹੁੰਦੇ ਰਹੇ ਆ ਤੇ ਉਹਨਾਂ ਕਹਿ ਵੀ ਤੁਰੰਤ ਇਹਦਾ ਜਿਹੜਾ ਵਾ ਫਾਂਸੀ। ਇਸ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਇੱਕ ਇਕੱਲੇ ਗੁਰੂ ਨਹੀਂ ਗਏ, ਪਨੂਰੀ ਮੁਕਤਾ ਪੂਰੀ ਜਿਹੜੀ ਵਰਲਡ ਦੇ ਗੁਰੂ ਆ ਤੇ ਵਿੱਚ ਬੜੇ ਭਗਤ ਬੈਠੇ ਆ। ਸਿੱਖਾਂ ਦੀ ਬਾਣੀ, ਛਿਆਂ ਗੁਰੂਆਂ ਦੀ ਬਾਣੀ, ਭੱਟਾਂ ਦੀ ਬਾਣੀ, ਇਹਦੇ ਵਿੱਚ ਬੜੀ ਵੱਡੀ ਜਿਹੜੀ ਇਹ ਪਹਿਲਾਂ ਤੇ ਨਿੱਕੇ ਨਿੱਕੇ ਪਿੰਡਾਂ ਵਿੱਚ ਹੁੰਦੀ ਸੀ ਬੇਦਬੀ, ਨਿੱਕੇ ਨਿੱਕੇ ਸ਼ਹਿਰਾਂ ਵਿੱਚ ਹੁੰਦੀ ਸੀ, ਹੁਣ ਤਖਤ ਸਾਹਿਬਾਂ ਦੇ ਗੱਲ ਪਹੁੰਚ ਗਈ ਆ। ਇਹ ਤੇ ਕਦੀ ਸੰਗਤ ਨੇ ਕਿਤੇ ਸੋਚਿਆ ਹੀ ਨਹੀਂ ਵੀ ਐਡਾ ਵੱਡਾ ਕਿਤੇ ਹੱਲਾ ਵੱਜ ਜੂਗਾ ਤਖਤ ਸਾਹਿਬਾਂ ਤੱਕ, ਜਿੱਥੇ ਐਡੀ ਵੱਡੀ ਸਿਕਿਉਰਿਟੀ ਹੋਵੇ ਔਰ ਸ਼੍ਰੋਮਣੀ ਕਮੇਟੀ ਦਾ ਐਡਾ ਵੱਡਾ ਸਮਾਰਟ ਹੋਵੇ, ਐਡੇ ਵੱਡੇ ਇਹਨਾਂ ਦੇ ਪ੍ਰਬੰਧ ਹੋਣ ਤੇ ਇਹ ਆਪਣਾ ਖੇਡ ਨਾ ਕਰਨ। ਇੰਨੇ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ ਇੱਥੇ ਮੁਲਾਜ਼ਮ ਆ। ਗੁਰੂ ਨਿਹੰਗ ਸਿੰਘ ਜਥੇਬੰਦੀ ਦੇ ਇੱਥੇ ਆਉਣ ਦਾ ਕਾਰਨ ਹੁਣ ਸਮਝ ਨਹੀਂ ਲੱਗ ਰਿਹਾ। ਕੀ ਲੱਗਦਾ ਤੁਹਾਨੂੰ ਕਿ ਅੱਜ ਤੁਸੀਂ ਵੀ ਇੱਥੇ ਆ ਰਹੇ ਆ, ਹੋਰ ਵੀ ਨਿਹੰਗ ਸਿੰਘ ਜਥੇਬੰਦੀ ਇੱਥੇ ਪਹੁੰਚੀਆਂ ਹੈਗੀਆਂ ਵਾ, ਕੀ ਮੰਗ ਹੈਗੀ ਆ? ਵੇਖੋ ਸਾਡੀ ਤੇ ਮੰਗ ਇਹੋ ਹੀ ਆ, ਸਾਡੀ ਮਿਸਲ ਸ਼ਹੀਦਾਂ ਬਾਬਾ ਬਾਸ ਸਿੰਘ, ਸ਼੍ਰੋਮਣੀ ਪੰਥ ਅਕਾਲੀ ਤਰਨਾਦਲ, ਦਾਸ ਜਹਦਰ ਬਾਬਾ ਨਰੈਣ ਸਿੰਘ, ਸਾਡੀ ਸਮੂਹ ਜਥੇਬੰਦੀ ਜਿੰਨੀ ਆਈ, ਨਾਲ ਬਾਬਾ ਅਮਰੀਕ ਸਿੰਘ ਜੀ ਕਰਪੂਰਥਲੇ ਤੋਂ, ਬਾਬਾ ਗਰਮੀਤ ਸਿੰਘ ਜੀ ਜੀਰੇ ਤੋਂ, ਬਾਬਾ ਹੀਰਾ ਸਿੰਘ ਜੀ, ਬਾਬਾ ਰਾਮ ਸਿੰਘ ਜੀ, ਸਾਰੇ ਨਿਹੰਗ ਸਿੰਘ, ਭੁਚੰਗ ਸਿੰਘ ਤੇ ਬਾਬਾ ਮੰਗਲ ਸਿੰਘ ਜੀ ਰਈਆ ਜੀ, ਸਾਰੇ ਨਿਹੰਗ ਸਿੰਘ ਜਥੇਬੰਦੀਆਂ, ਬਾਬਾ ਪੰਜਾਬ ਸਿੰਘ ਜੀ, ਸਾਰੇ ਆਪਣਾ ਦਰਦ ਧੰਨ ਗੁਰੂ ਗ੍ਰੰਥ ਸਾਹਿਬ ਦਾ ਇਹ ਸੋਚ ਕੇ ਆਏ ਆ ਵੀ ਐਡਾ ਵੱਡਾ ਮਨ ਦੇ ਵਿੱਚ ਦਰਦ ਹੈ ਨਿਹੰਗਾਂ ਸਿੰਘਾਂ ਤੇ ਵੀ ਅਸੀਂ ਦੱਸ ਨਹੀਂ ਸਕਦੇ। ਇੰਨੇ ਅਸੀਂ ਲਾਸ਼ਾਂ ਤੁਰੀਆਂ ਫਿਰਦੀਆਂ ਚੱਲਦੇ ਤੇ ਰਹੇ ਆ, ਪਰ ਪੱਲੇ ਸਾਡੇ ਕੱਖ ਨਹੀਂ ਗੱਜੇ। ਅਸੀਂ ਕਹੀਏ ਨਾ ਸਾਡੇ ਪੱਲੇ ਆ, ਧੰਨ ਗੁਰੂ ਗ੍ਰੰਥ ਸਾਹਿਬ ਐਡੀਆਂ ਬੇਦਬੀ ਹੋ ਗਈਆਂ, ਇੰਨੀ ਇੱਥੇ ਇਹ ਫੋਰਸ ਆ। ਜਦੋਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ 28 ਸਰੂਪਾਂ ਦਾ ਮਸਲਾ ਆਉਂਦਾ ਵਾ, ਉਦੋਂ ਸਿੱਖਾਂ ਦੇ ਲਾਠੀਆਂ ਚਲਾਉਣ ਵਾਲੀ ਇਹਨਾਂ ਦੀ ਟਾਰਸ ਫੋਰਸ ਆ ਜਾਂਦੀ ਆ। ਨਿਹੰਗਾਂ ਸਿੰਘਾਂ ਦੇ ਫਰਲੇ ਲਾਉਣ ਵਾਸਤੇ ਸ੍ਰੀ ਦਰਬਾਰ ਸਾਹਿਬ ਵਿੱਚ ਟਾਰਸ ਫੋਰਸ ਆ ਜਾਂਦੀ ਆ, ਲੱਤਾਂ ਬਾਹਾਂ ਤੋੜਨ ਤੇ ਟਾਰਸ ਫੋਰਸ ਆ ਜਾਂਦੀ ਆ। ਪਰ ਜਦੋਂ ਇੱਥੇ ਬੇਅਦਬੀ ਦੀਆਂ ਗੱਲਾਂ ਹੁੰਦੀਆਂ ਵਾ, ਗੁਰੂ ਘਰਾਂ ਦੇ ਵਿੱਚ ਐਡੇ ਤਖਤ ਸਾਹਿਬ ਤੇ ਹੋ ਗਈ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਨੇ ਖਾਲਸੇ ਨੂੰ ਪ੍ਰਗਟ ਕੀਤਾ ਵਾ, ਸਾਰਾ ਖਾਲਸਾ ਇੱਥੋਂ ਪ੍ਰਗਟ ਹੋਇਆ ਵਾ। ਅੰਮ੍ਰਿਤ ਦੀ ਦਾਤ ਇੱਥੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤੀ ਆ, ਉੱਥੇ ਬੇਅਦਬੀਆਂ ਆ ਜਾਣ ਕਦੀ ਸੰਗਤ ਸੋਚ ਨਹੀਂ ਸਕਦੀ। ਉਦੋਂ ਸਿੱਖਾਂ ਦੇ ਲਾਠੀਆਂ ਚਲਾਉਣ ਵਾਲੀ ਇਹਨਾਂ ਦੀ ਟਾਰਸ ਫੋਰਸ ਆ ਜਾਂਦੀ ਆ। ਨਿਹੰਗਾਂ ਸਿੰਘਾਂ ਦੇ ਫਰਲੇ ਲਾਉਣ ਵਾਸਤੇ ਸ੍ਰੀ ਦਰਬਾਰ ਸਾਹਿਬ ਵਿੱਚ ਟਾਰਸ ਫੋਰਸ ਆ ਜਾਂਦੀ ਆ, ਲੱਤਾਂ ਬਾਹਾਂ ਤੋੜਨ ਤੇ ਟਾਰਸ ਫੋਰਸ ਆ ਜਾਂਦੀ ਆ। ਪਰ ਜਦੋਂ ਇੱਥੇ ਬੇਅਦਬੀ ਦੀਆਂ ਗੱਲਾਂ ਹੁੰਦੀਆਂ ਵਾ, ਗੁਰੂ ਘਰਾਂ ਦੇ ਵਿੱਚ ਐਡੇ ਤਖਤ ਸਾਹਿਬ ਤੇ ਹੋ ਗਈ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਨੇ ਖਾਲਸੇ ਨੂੰ ਪ੍ਰਗਟ ਕੀਤਾ ਵਾ, ਸਾਰਾ ਖਾਲਸਾ ਇੱਥੋਂ ਪ੍ਰਗਟ ਹੋਇਆ ਵਾ। ਅੰਮ੍ਰਿਤ ਦੀ ਦਾਤ ਇੱਥੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤੀ ਆ, ਉੱਥੇ ਬੇਅਦਬੀਆਂ ਆ ਜਾਣ ਕਦੀ ਸੰਗਤ ਸੋਚ ਨਹੀਂ ਸਕਦੀ। ਪੰਜਾਬ ਸਿੰਘ ਸਾਡੇ ਨਾਲ। ਪੰਜਾਬ ਸਿੰਘ ਜੀ, ਕਿਵੇਂ ਸੋਚਦੇ ਆ, ਕਿੱਦਾਂ ਰੁਕਣਗੀਆਂ ਬੇਦਬੀਆਂ? ਇਹ ਲੰਬਾ ਦੌਰ ਹੋ ਗਿਆ ਚੱਲਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਬੇਦਬੀਆਂ ਦੀਆਂ ਘਟਨਾਵਾਂ ਨੇ, ਇਹਨਾਂ ਨੂੰ ਨੱਥ ਪਾਈ ਜਾਣੀ ਆ। ਜਿਵੇਂ ਕਿ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਵੀ ਆਖਦੇ ਹੁੰਦੇ ਸੀ ਕਿ ਜਿਹੜਾ ਬੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਤੰਬਾਕੂ ਸੁੱਟਦਾ, ਬੀੜੀ ਸੁੱਟਦਾ ਵਾ, ਜੇ ਕੋਈ ਬੇਦਬੀ ਕਰਨ ਦੀ ਕੋਸ਼ਿਸ਼ ਕਰਦਾ ਕਿ ਉਹਦਾ ਸਿਰ ਧੜਨੋਂ ਵੱਖਰਾ ਕਰ ਦਿਓ ਤੇ ਫੇਰ ਬੇਦਬੀ ਰੁਕ ਸਕਦੀ ਆ। ਜੇ ਆਪਾਂ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬਚਨਾਂ ਤੇ ਪਹਿਰਾ ਦਿੱਤਾ ਹੁੰਦਾ ਤੇ ਅੱਜ ਇੱਥੋਂ ਤੱਕ ਗੱਲਾਂ ਨਹੀਂ ਸੀ ਪਹੁੰਚਣੀਆਂ। ਅੱਜ ਅਸੀਂ ਅਵੇਸਲੇ ਹੋ ਚੁੱਕੇ ਹਾਂ, ਸਿਰਫ ਤੇ ਸਿਰਫ ਆਪਣੇ ਜਥੇਬੰਦੀ ਨੂੰ ਅੱਗੇ ਵਧਾਉਣ ਦੀ ਸੋਚਦੇ ਹਾਂ ਅਸੀਂ ਸਾਰੇ ਹੀ ਵੀ ਸਾਡੇ ਜਥੇਬੰਦੀ ਸਭ ਤੋਂ ਮੂਹਰੇ ਹੋਣੀ ਚਾਹੀਦੀ, ਸਾਡਾ ਨਾਂ ਸਭ ਤੋਂ ਮੂਹਰੇ ਹੋਣਾ ਚਾਹੀਦਾ। ਬੇਅਦਬੀ ਦੀ ਕੋਈ ਗੱਲ ਨਹੀਂ, ਸਾਡਾ ਜਿਹੜਾ ਪੂਰੇ ਵਰਲਡ ਦੇ ਵਿੱਚ ਨਾਂ ਜਾਣਾ ਚਾਹੀਦਾ ਵਾ, ਵੀ ਮੇਰਾ ਨਾਂ ਹੋਣਾ ਚਾਹੀਦਾ, ਵੀ ਪੰਜਾਬ ਸਿੰਘ ਨੂੰ ਸਾਰੀ ਦੁਨੀਆ ਵੇਖ ਰਹੀ ਆ। ਬਸ ਇੱਥੋਂ ਤੱਕ ਸਾਡੀ ਸੀਮਤ ਰਹਿ ਗਏ ਆ। ਜੇਕਰ ਅਸੀਂ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬਚਨਾਂ ਤੇ ਪਹਿਰਾ ਦਿੱਤਾ ਹੁੰਦਾ ਤੇ ਅੱਜ ਇੱਥੋਂ ਤੱਕ ਗੱਲ ਨਹੀਂ ਸੀ ਹੋਣੀ। ਤੇ ਹੁਣ ਵੀ ਅਸੀਂ ਪੂਰੇ ਸਿੱਖ ਜਗਤ ਨੂੰ ਅਪੀਲ ਕਰਦੇ ਆ ਕਿ ਜੇਕਰ ਅੱਜ ਭਰੇ ਪੀਤੇ ਪਏ ਆ ਅਸੀਂ, ਜੇਕਰ ਕੋਈ ਇਹੋ ਜਿਹੀ ਘਟਨਾ ਬੀਤਦੀ ਆ ਕਿਤੇ, ਗੁਰੂ ਪਾਤਸ਼ਾਹ ਕਿਰਪਾ ਕਰਨ ਕਿ ਇਹੋ ਜਿਹੀ ਘਟਨਾ ਕਦੀ ਅੱਗੇ ਆਉਣ ਵਾਲੇ ਸਮੇਂ 'ਚ ਨਾ ਹੋਵੇ। ਪਰ ਜੇਕਰ ਕਦੇ ਇਹੋ ਜਿਹਾ ਸਮਾਂ ਆ ਜਾਵੇ ਤੇ ਜਿਹੜਾ ਬੰਦਾ ਬੇਦਬੀ ਕਰਨ ਵਾਲਾ ਸਾਹਮਣੇ ਆਉਂਦਾ, ਉਹਨੂੰ ਤੁਰੰਤ ਉਸੇ ਵਕਤ ਝਟਕਾ ਦਿਓ, ਦੁਬਾਰਾ ਕਦੀ ਬੇਦਬੀਆਂ ਨਹੀਂ ਹੋਣਗੀਆਂ। ਉਹਦਾ ਸਿਰ ਤੁਰੰਤ ਕਲਮ ਹੋਣਾ ਚਾਹੀਦਾ ਵਾ। ਇੰਨਿਆਂ ਮਰਦਾਂ ਦੇ ਵਿੱਚੋਂ ਕੋਈ ਇੱਥੇ ਮਰਦ ਨਹੀਂ ਸਿੰਘ ਸਾਹਿਬ ਦੀ ਮੌਜੂਦਗੀ ਹੋਵੇ, ਜਥੇਦਾਰ ਰਘਬੀਰ ਸਿੰਘ ਜੀ ਇੱਥੇ ਰਹਿੰਦੇ ਹੋਣ ਤੇ ਇੱਥੇ ਕਿਸੇ ਸਿੰਘ ਨੂੰ ਆਰਡਰ ਨਾ ਦਿੱਤਾ ਹੋਵੇ ਵੀ ਇਹਨੂੰ ਝੜਕ ਦਿਓ, ਵੀ ਇਹਨੂੰ ਸਿੰਘ ਉਹ ਪੈਰਾਂ ਤੇ ਆਪਣੇ ਚੱਲ ਕਿੱਦਾਂ ਗਿਆ ਠਾਣੇ। ਇੰਨੇ ਤਖਤ ਸਾਹਿਬ ਦੇ ਉੱਤੋਂ ਜਿੱਥੇ ਐਡਾ ਸ਼ਸਤਰ ਪਈ, ਹੁਣ ਮਹਾਰਾਜ ਸੱਚੇ ਪਾਤਸ਼ਾਹ ਦੇ ਪੁਰਾਤਨ ਸ਼ਸਤਰ ਆ ਇੱਥੇ। ਇਹ ਸ਼ਸਤਰ ਕਾਹਦੇ ਲਈ ਆ? ਮਹਾਰਾਜ ਕਹਿੰਦੇ ਗੁਰ ਕੀ ਨਿੰਦਾ ਸੁਣੇ ਨਾ ਕਾਨ ਭੇਟਾ ਕਿ ਜੇ ਸਰ ਕਿਰਪਾਨ। ਇਹਨਾਂ ਮਹਾਰਾਜ ਦੀ ਬਾਣੀ ਨਹੀਂ ਪੜ੍ਹਦੀ, ਉਧਰੋਂ ਬੀਬੀ ਜਗੀਰੋ ਕਹਿੰਦੀ ਆ ਵੀ ਅਸੀਂ ਕਤਲ ਨਹੀਂ ਕਰ ਸਕਦੇ। ਜੇ ਤੂੰ ਕਤਲ ਨਹੀਂ ਕਰ ਸਕਦੀ ਤੇ ਫਿਰ ਸ਼੍ਰੋਮਣੀ ਕਮੇਟੀ ਛੱਡ ਦੇ, ਨਿਹੰਗ ਸਿੰਘ ਸਾਂਭ ਲੈਣਗੇ। ਅੱਗੇ ਵੀ ਤੇ ਪ੍ਰਬੰਧ ਨਿਹੰਗਾਂ ਸਿੰਘਾਂ ਦੇ ਕੋਲ ਹੀ ਅਸੀਂ ਚਾਬੀਆਂ ਦਿੱਤੀਆਂ ਖਾਲਸਾ ਪੰਥ ਨੇ। ਇਹ ਧਾਮ ਜਿਹੜੇ ਯਾਦ ਕਰਾਏ ਮੁਗਲਾਂ ਦੇ ਕੋਲੋਂ, ਉਹ ਵੀ ਖਾਲਸਾ ਪੰਥ ਨੇ ਯਾਦ ਕਰਾਏ ਆ। ਇਹ ਨਿਹੰਗ ਸਿੰਘ ਨੀਲੇ ਬਾਣੇ ਨਹੀਂ ਯਾਦ ਕਰਾਏ ਆ। ਤੇ ਅੱਜ ਵੀ ਇਹ ਪੰਥ ਸਾਂਭ ਸਕਦਾ। ਉਹ ਪੰਥ ਭਾਵੇਂ ਬੁੱਢਾ ਦਲ ਹੋਵੇ, ਜਿਹੜੇ ਮਰਜ਼ੀ ਦਲ ਹੋਣ, ਜਾਂ ਹੋਰ ਜਥੇਬੰਦੀਆਂ ਵਾ ਜਾਂ ਸਾਡੀਆਂ ਜਥੇਬੰਦੀਆਂ ਰਲ ਕੇ ਸਾਰੇ ਪ੍ਰਬੰਧ ਸੰਭਾਲ ਸਕਦੀਆਂ ਏ। ਤੇ ਮੈਂ ਨਿਹੰਗ ਸਿੰਘ ਦਲਾਂ ਨੂੰ ਵੀ ਬੇਨਤੀ ਕਰੂੰਗਾ,
ਉਹ ਜਾਗੋ। ਉਹ ਭਾਵੇਂ ਬਾਬਾ ਬਲਵੀਰ ਸਿੰਘ ਜੀ, ਭਾਵੇਂ ਬਾਬਾ ਗੱਜਣ ਸਿੰਘ ਜੀ, ਭਾਵੇਂ ਬਾਬਾ ਅਵਤਾਰ ਸਿੰਘ ਜੀ ਜਾਂ ਹੋਰ ਸਮੂਹ ਜਥੇਬੰਦੀਆਂ, ਸਾਰਿਆਂ ਦੇ ਚਰਨਾਂ ਵਿੱਚ ਬੇਨਤੀ, ਆਪਣੀਆਂ ਲੜਾਈਆਂ ਨੂੰ ਛੱਡ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਹੱਕ ਦੇ ਵਿੱਚ ਖੜ ਜਾਈਏ। ਆਪਾਂ ਸਾਰੀਆਂ ਜਥੇਬੰਦੀਆਂ ਅਸੀਂ ਆਪਣੇ ਵਚਨ ਲੜਾਈਆਂ ਦੇ ਬਾਅਦ 'ਚ ਵੀ ਨਿਬੇੜ ਸਕਦੇ ਹਾਂ। ਅੱਜ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਵੱਲ ਸਾਰਿਆਂ ਨੂੰ ਝਾਤ ਮਾਰਨ ਚਾਹੀਦੀ ਆ। ਸਾਡੇ ਤਖਤ ਸਾਹਿਬ ਤੱਕ ਹੱਥ ਪੈ ਗਏ, ਸਾਡੀਆਂ ਪੱਗਾਂ ਨੂੰ ਹੱਥ ਪੈ ਗਏ, ਸਾਡੇ ਪੱਲੇ ਕੀ ਰਹਿ ਗਿਆ? ਅਸੀਂ ਜੀਂਦੇ ਥੋੜਾ, ਜੀਂਦਾ 'ਚ ਥੋੜਾ। ਇਸ ਕਰਕੇ ਜਿਹੜਾ ਥਾਣੇ ਦੇ ਵਿੱਚੋਂ ਵੀ ਇੰਨਾ ਪੰਥ ਖਾਲਸਾ ਇਕੱਠਾ ਹੋ ਜੇ, ਉਹਨੂੰ ਥਾਣੇ ਵਿੱਚੋਂ ਜੁਰਤ ਰੱਖੇ ਮਾਰਨ ਦੀ, ਤੇ ਤਾਂ ਗੱਲ ਬਣੀ। ਸ਼ਸਤਰ ਰੱਖੋ, ਹਰ ਘਰ ਦੇ ਵਿੱਚ ਸ਼ਸਤਰ ਹੋਵੇ, ਹਰ ਸਿੱਖ ਦੇ ਕੋਲ ਤਲਵਾਰ ਹੋਵੇ। ਧੰਨ ਗੁਰੂ ਗੋਬਿੰਦ ਸਿੰਘ ਜੀ ਜਦੋਂ ਅੰਮ੍ਰਿਤ ਛਕਾਇਆ ਸੀ, ਪਜਾਮੀਆਂ ਲਵਾ ਕੇ ਅੰਮ੍ਰਿਤ ਛਕਾਇਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਸ਼ਸਤਰ ਰੱਖੋ, ਢਾਲਾਂ ਰੱਖੋ, ਤਲਵਾਰਾਂ ਰੱਖੋ, ਸਾਡੇ ਕਿੱਦਾਂ ਕੁਆਚ ਕਰੂਗਾ। ਲਓ ਭਾਵੇਂ ਥਾਣ ਦੇ ਵਿੱਚ ਇੱਕ ਝਮਕ ਦੇ ਵਿੱਚ ਉਹ ਮੁੜ ਕੇ ਬਿਆਨ ਦੇ ਕੇ ਦੱਸੇ, ਸਾਹ ਲੈ ਕੇ ਦੱਸੇ। ਕਈ ਸਿੰਘ ਸਾਡੇ ਕਹਿੰਦੇ ਆ ਸਾਡੇ ਕੋਲ ਟੈਰੋਕਿਟ ਕਰਦੇ ਰਹੇ, ਅਸੀਂ ਉਹਨੂੰ ਪੁੱਛਦੇ ਦੱਸਦੇ ਰਹੇ ਆ। ਤੇ ਫਿਰ ਜੇ ਟੈਰੋਕਿਟ ਸਿੰਘ ਕਰਦੇ ਤਾਂ ਫਿਰ ਸੁੱਕਾ ਕਿੱਦਾਂ ਰਹੇਗਾ ਥਾਣੇ ਵਿੱਚ? ਹਾਂਜੀ, ਖਾਲਸੇ ਦੇ ਕੋਲ ਦੇ ਇੱਕ ਅੱਖ ਝਿਕਣ ਦੇ ਸਾਹਮਣੇ ਉਹਦਾ ਸਿਰ ਕਲਮ ਹੋ ਜਾਏਗਾ। ਭਾਵੇਂ ਉਹ ਤਾਂ ਘਸੁੰਨ ਮਾਰ ਕੇ ਮਾਰ ਸਕਦਾ। ਖਾਲਸਾ ਪੰਥ ਐਡਾ ਰੋਹ ਵਿੱਚ ਆਂਦਾ ਕਿਉਂ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਐਡੇ ਸਿੱਖ ਹੋਇਆ। ਬਾਬਾ ਬਾਦ ਸਿੰਘ ਜਿਨ੍ਹਾਂ ਦੀ ਮਿਸਲਾ ਸਾਡੇ ਕੋਲ, ਉਹ ਜਦੋਂ ਗੁਰੂ ਗੋਬਿੰਦ ਸਿੰਘ ਦੇ ਨਾਲ ਮੈਦਾਨੇ ਜੰਗ ਵਿੱਚ ਆਇਆ ਕਰਦੇ ਸੀ, ਤੇ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਗਾੜੀ ਚੜ੍ਹ ਕੇ ਆਉਂਦਾ ਸੀ ਨਾ, ਤੇ ਬਾਬੇ ਬਾਦ ਸਿੰਘ ਦੇ ਅੰਦਰ ਜਜ਼ਬਾ ਹੁੰਦਾ ਇਹਨੂੰ ਮੈਂ ਮਾਰਨਾ। ਤੇ ਬਾਬਾ ਬਾਦ ਸਿੰਘ ਜੀਆਂ ਦੇ ਚਰਨਾਂ ਨੂੰ ਭਾਵੇ। ਇਹ ਉਹੀ ਖਾਲਸਾ ਪੰਥਾਂ ਤੇ ਧੰਨਵਾਦ ਤੁਹਾਡੇ ਚੈਨਲ ਦਾ। ਬਹੁਤ ਸੇਵਾਵਾਂ ਕੀਤੀਆਂ ਤੁਸੀਂ ਦਿੱਲੀ ਵੀ ਔਰ ਇੱਥੇ ਵੀ ਕਰਦੇ, ਜਿੱਥੇ ਪੰਥ ਨੂੰ ਲੋੜ ਪੈਂਦੀ ਆ ਤੇ ਉੱਥੇ ਤੁਸੀਂ ਸੇਵਾਵਾਂ ਕਰਦੇ। ਤੁਹਾਡਾ ਜੀ ਆਇਆਂ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ। ਕਾਲ ਚੈਨਲ ਦਾ ਸਦਾ ਹੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜਥੇਬੰਦੀਆਂ ਲਗਾਤਾਰ ਇੱਥੇ ਪਹੁੰਚ ਰਹੀਆਂ ਵਾ, ਤੇ ਜੇ ਆਪਾਂ ਕਈ ਦਿਨ ਤੋਂ ਇੱਕ ਗੱਲ ਸੁਣਦੇ ਆ, ਨਿਹੰਗ ਸਿੰਘ ਜਥੇਬੰਦੀਆਂ ਨੇ ਪਹਿਲਾਂ ਵੀ ਕਿਹਾ ਸੀ ਤੇ ਅੱਜ ਫਿਰ ਉਹਨਾਂ ਨੇ ਕਿਹਾ ਕਿ ਜੇ SGPC ਕਮਾਨ ਨਹੀਂ ਸੰਭਾਲ ਸਕਦੀ ਤੇ ਵਾਪਸ ਸਾਨੂੰ ਦੇ ਦਿਓ ਚਾਬੀਆਂ ਤੁਸੀਂ ਗਿਰੋਹ ਘਰਾਂ ਦੇ। ਕਿਉਂਕਿ ਗੁਰੂ ਪੰਥ ਨੇ ਉਹਨਾਂ ਕਿਹਾ ਕਿ ਚਾਬੀਆਂ ਤੁਹਾਨੂੰ ਦਿੱਤੀਆਂ ਸੀ, ਗੁਰੂ ਪੰਥ ਨੇ ਮੋਰਚੇ ਲਾਏ ਸੀ, ਗੁਰੂ ਪੰਥ ਨੇ ਚਾਬੀਆਂ ਲੈ ਕੇ ਤੁਹਾਨੂੰ ਦਿੱਤੀਆਂ ਸੀ, ਜੇ ਤੁਸੀਂ ਨਹੀਂ ਸਾਂਭ ਸਕਦੇ ਤੇ ਚਾਬੀਆਂ ਸਾਨੂੰ ਦੇ ਦਿਓ। ਅੱਜ ਫਿਰ ਨਿਹੰਗ ਸਿੰਘ ਜਥੇਬੰਦੀਆਂ ਨੇ ਪਛਤਾਪ ਸਮਾਗਮ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਕੀਤਾ ਵਾ। ਉਸ ਪ੍ਰੋਗਰਾਮ ਦੇ ਵਿੱਚ ਵੀ ਆਵਾਜ਼ ਗੂੰਜੀ ਸੀ ਤੇ ਹੁਣ ਵੀ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਹੈਗੀਆਂ ਵਾ, ਉਹਨਾਂ ਦੀ ਇਹੋ ਆਵਾਜ਼ ਆ ਕਿ ਜੇ SGPC ਪ੍ਰਬੰਧ ਨਹੀਂ ਸੁਧਾਰ ਸਕਦੀ ਤੇ ਚਾਬੀਆਂ ਜਿਹੜੀਆਂ ਹੈਗੀਆਂ ਵਾ ਸਿੱਖ ਪੰਥ ਖਾਸ ਕਰਕੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਦੇ ਦੇਣੀਆਂ ਚਾਹੀਦੀਆਂ। ਤੇ ਉਹਦੇ ਵਿੱਚ ਉਹਨਾਂ ਇੱਕ ਗੱਲ ਹੋਰ ਕੀਤੀ ਹੈ ਕਿ ਸਾਨੂੰ ਆਪੋ ਆਪਣੇ ਰੋਸ ਛੱਡ ਕੇ ਸਾਨੂੰ ਇਕਮੁੱਠ ਹੋਣਾ ਚਾਹੀਦਾ। ਉਹਨਾਂ ਸਾਰੇ ਜਥੇਬੰਦੀਆਂ ਨੂੰ ਕਿਹਾ, ਖਾਸ ਕਰਕੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਇੱਕ ਅਪੀਲ ਕੀਤੀ ਉਹਨਾਂ ਨੇ ਕਿ ਆਓ ਸਾਰੇ ਇਕੱਠੇ ਹੋਈਏ ਤੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਘਟਨਾ ਵਾਪਰਦੀ ਆ ਤੇ ਖਾਲਸਾਈ ਰਵਾਇਤਾਂ ਅਨੁਸਾਰ ਉਹਨੂੰ ਸੋਧਾ ਲਾ ਦੇਣਾ ਚਾਹੀਦਾ। ਕਿਉਂਕਿ ਉਹਨਾਂ ਕਿਹਾ ਕਿ ਪ੍ਰਸ਼ਾਸਨ ਤੋਂ ਕੋਈ ਆਸ ਨਹੀਂ ਰਹਿ ਗਈ ਸਾਨੂੰ, ਹੁਣ ਉਹ ਖਾਲਸਾਈ ਰਵਾਇਤਾਂ ਦੇ ਨਾਲ ਹੀ ਸੋਧਾ ਲੱਗਣਾ ਚਾਹੀਦਾ।